ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ, ਮੰਤਰੀ ਨਹੀਂ ਵੱਡੇ ਹੁੰਦੇ। ਇਸ ਕਰਕੇ ਆਮ ਲੋਕਾਂ ਦੇ ਦਿਲ ਦਾ ਗੁੱਸਾ ਆ ਜੋ ਕਿ ਇਸ ਟਾਈਮ ਬਾਹਰ ਆ ਰਿਹਾ ਹੈ। ਕੀ ਲੱਗਦਾ ਹੈ ਵੀ ਰਵਾਇਤੀ ਪਾਰਟੀਆਂ ਮੁੜ ਕੇ ਖੜੀਆਂ ਹੋਣਗੀਆਂ, ਉਹਨਾਂ ਦੇ ਯੂਥ ਸਾਥ ਦਊਗਾ ਕਿ ਕੋਈ ਹੋਰ ਫੇਰ ਬਦਲ ਹੋ ਸਕਦਾ ਹੈ? ਅਜੇ ਵੀ ਰਵਾਇਤੀ ਪਾਰਟੀਆਂ ਜੇ ਮੁੜ ਕੇ ਉਹੀ ਹੋਣਗੀਆਂ ਤਾਂ ਫਿਰ ਤਾਂ ਇਹ ਤਾਂ ਤੁਹਾਡੀ ਗੱਲ ਬਿਲਕੁਲ ਗਲਤ ਆ ਜੀ। ਇਹ ਤਾਂ ਪੱਕੇ ਤੌਰ ਤੇ ਹੀ ਬਾਈਕਾਟ ਹੋਊਗਾ ਜੀ ਇਹਨਾਂ ਦਾ। ਹੁਣ ਅੱਜ ਕੱਲ੍ਹ ਤੇ ਸਾਰਾ ਯੂਥ ਹੀ ਜਾ ਗਿਆ ਜੀ। ਹਰੇਕ ਬੰਦੇ ਨੂੰ ਪਤਾ ਹੈ ਵੀ ਕਿਹਨੇ ਸਾਡਾ ਸਾਥ ਦਿੱਤਾ ਆ, ਕਿਸ ਬੰਦੇ ਨੇ ਸਾਡਾ ਸਾਥ ਨਹੀਂ ਦਿੱਤਾ। ਜੇ ਕੋਈ ਬੰਦਾ ਕਿਸੇ ਨਾਲ ਧੱਕਾ ਕਰੂਗਾ ਉਹਦੇ ਨਾਲ ਧੱਕਾ ਹੋਊਗਾ। ਅੱਜ ਦੀ ਤਰੀਕ 'ਚ ਜੇ ਹੁਣ ਬੀਜੇਪੀ ਦੀ ਦੌੜ ਇਸੇ ਕਰਕੇ ਹੀ ਲੱਗ ਰਹੀ ਆ ਵੀ ਉਹਨਾਂ ਨੇ ਗਲਤ ਕੰਮ ਕੀਤੇ, ਕਾਲੇ ਕਾਨੂੰਨ ਲਿਆਂਦੇ, ਕਿਸਾਨਾਂ ਤੋਂ ਬਿਨਾਂ ਪੁੱਛੇ ਤੋਂ ਲਿਆਂਦੇ। ਇਹ ਕਿਸਾਨੀ ਮਸਲਾ ਹੀ, ਤੁਸੀਂ ਕਿਸਾਨ ਦੀ ਤਾਂ ਕਿਸੇ ਦੀ ਰਜ਼ਾਮੰਦੀ ਲਈ ਨਹੀਂ, ਤੁਸੀਂ ਆਪ ਹੀ ਥੋਪਤੇ ਵੀ ਜਿਵੇਂ ਤੁਸੀਂ ਜੰਮੂ 'ਚ ਕਰਤਾ ਜੇ ਜਾਂ ਕੋਈ ਕਿਤੇ ਕਰਤਾ। ਇਹਨਾਂ ਨੂੰ ਇਹ ਹੀ ਵੀ ਪੰਜਾਬ 'ਚ ਵੀ ਇਵੇਂ ਕਰ ਦਾਂਗੇ, ਰਾਤ ਰਾਤ ਲਿਆ ਕੇ ਤੇ ਬਸ ਪੰਜਾਬ ਨਾਲ ਕਿਹੜਾ ਉੱਠਣਾ ਹੈ ਜੀ। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਅਸੀਂ ਖੜੇ ਹਾਂ PAP ਔਰ ਸਾਡੇ ਨਾਲ ਇੱਥੇ ਕੁਝ ਯੂਥ ਜੁੜਿਆ ਆ ਜਿਹੜਾ ਕਿ ਇਸ ਵੇਲੇ ਦਿੱਲੀ ਧਰਨੇ ਤੋਂ ਵਾਪਸ ਆ ਰਹੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੱਛਾ ਬਾਈ ਜੀ, ਕੀ ਨਾਮ ਆਪਣਾ? ਮੇਰਾ ਨਾਮ ਜੀ ਮਨਪ੍ਰੀਤ ਸਿੰਘ ਜੀ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਫਤਿਹ ਦੀ ਸਾਂਝ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਦਿੱਲੀ ਤੋਂ ਮੁੜਦੇ ਪਏ ਹੋ, ਕੀ ਹਾਲਾਤ ਨੇ ਉੱਥੋਂ ਦੇ? ਹਾਲਾਤ ਜੀ ਉੱਥੇ ਇੱਦਾਂ ਹੈ ਕਿ ਸਭ ਕੁਝ ਬਿਲਕੁਲ ਸ਼ਾਂਤਮਈ ਅੰਦੋਲਨ ਚੱਲਦਾ ਪਿਆ ਵਾ। ਉੱਥੇ ਕੋਈ ਕਿਸੇ ਚੀਜ਼ ਦੀ ਕਮੀ ਦੀ ਨਹੀਂ, ਰਾਸ਼ਨ ਦੀ ਨਹੀਂ ਕੋਈ ਕਮੀ, ਬਾਲਣ ਦੀ ਨਹੀਂ ਕੋਈ ਕਮੀ, ਠੰਡ ਦੀ ਨਹੀਂ ਕੋਈ ਕਮੀ। ਉੱਥੇ ਹਰ ਤਰ੍ਹਾਂ ਦੇ ਬੁਲਾਰੇ ਆਉਂਦੇ ਨੇ, ਗਾਇਕ ਆਉਂਦੇ ਨੇ, ਨੌਜਵਾਨਾਂ 'ਚ ਉਤਸ਼ਾਹ ਭਰਦੇ ਨੇ। ਉੱਥੇ ਬਹੁਤ ਵਧੀਆ ਸ਼ਾਂਤਮਈ ਅੰਦੋਲਨ ਚੱਲਦਾ ਪਿਆ, ਜਿਹਦਾ ਸਮਰਥਨ ਦੇਸ਼ਾਂ ਵਿਦੇਸ਼ਾਂ 'ਚੋਂ ਸਾਰੇ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ ਮਿਲਦਾ ਪਿਆ ਹੈ। ਦੇਖਿਆ ਜਾ ਰਿਹਾ ਜਿੱਦਾਂ ਕਿ ਹੁਣ ਇਸ ਵੇਲੇ ਮੌਸਮ ਖਰਾਬ ਹੋ ਰਿਹਾ, ਜਲੰਧਰ ਦੇ ਵਿੱਚ ਮੀਂਹ ਪੈ ਰਿਹਾ, ਦਿੱਲੀ ਵਿਖੇ ਵੀ ਮੀਂਹ ਪਿਆ ਹੋਣਾ, ਤੇ ਕਿਸ ਤਰ੍ਹਾਂ ਉੱਥੇ ਦੀ ਸਾਂਭ ਸੰਭਾਲ ਕਿੱਦਾਂ ਹੋਈ ਆ ਉੱਥੇ? ਉੱਥੇ ਜੀ ਸਾਂਭ ਸੰਭਾਲ ਪਹਿਲਾਂ ਹੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 6 ਮਹੀਨੇ ਦਾ ਰਾਸ਼ਨ ਨਾਲ ਹੀ ਲੈ ਕੇ ਗਏ ਸੀ, ਤਰਪਾਲਾਂ ਨਾਲ ਲੈ ਕੇ ਗਏ ਸੀ। ਰਹਿੰਦੀ ਖੁੰਦੀ ਜਿਹੜੀ ਥੋੜ੍ਹੀ ਬਹੁਤੀ ਕਸਰ ਸੀ, ਉੱਥੇ ਸੰਸਥਾਵਾਂ ਜਿਹੜੀਆਂ ਸਮਾਜਿਕ ਸੰਸਥਾਵਾਂ ਕੰਮ ਕਰਦੀਆਂ ਨੇ, ਉਹਨਾਂ ਦੇ ਸਹਿਯੋਗ ਨਾਲ ਉੱਥੇ ਸਾਰਾ ਕਵਰ ਹੋਇਆ ਹੈ। ਬਾਕੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਜਦੋਂ ਇੱਥੋਂ ਪੰਜਾਬ ਤੋਂ ਗਏ ਸੀ, ਉਹਨਾਂ ਨੇ ਤੇ ਹਰਿਆਣਾ ਗੌਰਮੈਂਟ ਨੇ ਤੇ ਗੰਦੇ ਪਾਣੀ ਦੀਆਂ ਪਛਾੜਾਂ ਮਾਰੀਆਂ। ਇਹ ਤੇ ਰੱਬ ਦਾ ਸ਼ੁਕਰ ਕਰਦੇ ਆ ਕਿ ਉੱਥੇ ਜਿਸ ਤਰ੍ਹਾਂ ਕਹਿੰਦੇ ਸੀ ਪਾਣੀ ਦੀ ਥੋੜੀ ਸਮੱਸਿਆ ਆਉਂਦੀ ਹੈ, ਨਹਾਉਣ ਦੀ ਸਮੱਸਿਆ ਹੁੰਦੀ ਆ, ਹੁਣ ਤੇ ਸਾਨੂੰ ਰੱਬ ਨਵਾਉਂਦੇ ਆਪ ਹੀ। ਇਸ ਕਰਕੇ ਪਾਣੀ ਦੀ ਵੀ ਸਮੱਸਿਆ ਅੱਜ ਖਤਮ ਹੋ ਗਈ ਆ। ਰੱਬ ਇੱਕ ਕਿਸਮ ਦਾ ਸਾਡੇ ਨਾਲ ਖੜਾ ਹੈ ਜੀ। ਉੱਥੇ ਦਿੱਲੀ ਧਰਨੇ ਤੋਂ ਤਾਂ ਤੁਸੀਂ ਆ ਰਹੇ ਹੋ, 4 ਤਰੀਕ ਦਾ ਕਿੱਦਾਂ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ? 4 ਤਰੀਕ ਨੂੰ ਕਿੱਦਾਂ ਦਾ ਪ੍ਰੋਗਰਾਮ ਰਹੇਗਾ, ਕਿਉਂਕਿ ਮੀਟਿੰਗ ਹੋਣ ਜਾ ਰਹੀ ਹੈ? ਪਲੈਨਿੰਗ ਕੀ ਕਿਸਾਨਾਂ ਦੀ ਹੈਗੀ ਹੈ? ਪਲੈਨਿੰਗ ਇੱਦਾਂ ਹੈ ਜੀ, ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹੀ ਜਿਸ ਤਰ੍ਹਾਂ ਪਹਿਲਾਂ ਮੀਟਿੰਗ ਹੋਈਆਂ ਸੀ ਉੱਦਾਂ ਹੀ ਜਾਣਗੀਆਂ। ਮੰਗਾਂ ਸਾਡੀਆਂ ਉਹੀ ਰਹਿਣਗੀਆਂ ਕਿ ਜਿਹੜੇ 3 ਕਾਲੇ ਕਾਨੂੰਨ ਨੇ ਇਹ ਵਾਪਸ ਕੀਤੇ ਜਾਣ। ਮੈਂ ਕੱਲ ਰਾਤ ਦੀ ਲਾਈਵ ਡਿਬੇਟ ਦੇਖ ਰਿਹਾ ਸੀ। ਉੱਥੇ ਵੱਖੋ-ਵੱਖ ਪਾਰਟੀਆਂ ਦੇ ਆਗੂ ਬੈਠੇ ਸੀ, ਵਿੱਚ ਕੋਈ BJP ਦੇ ਲੀਡਰ ਵੀ ਸੀ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਤੁਸੀਂ 3 ਕਾਲੇ ਕਾਨੂੰਨ ਲਿਆਂਦੇ ਹੋ ਉਹਨਾਂ ਦੇ ਕੁਝ ਫਾਇਦੇ ਦੱਸ ਦਿਓ, ਉਹਨਾਂ ਕੋਲ ਜੀ ਇੱਕ ਫਾਇਦਾ ਨਹੀਂ ਦੱਸਿਆ ਗਿਆ। ਫਿਰ ਉਹਨਾਂ ਨੂੰ ਕਿਹਾ ਗਿਆ ਕਿ 3 ਕਾਲੇ ਕਾਨੂੰਨ ਦੇ 5 ਫਾਇਦੇ ਦੱਸ ਦਿਓ, ਉਹਨਾਂ ਕੋਲ ਉਹ ਨਹੀਂ ਦੱਸੇ ਗਏ। ਫਿਰ ਉਹਨਾਂ ਨੂੰ ਕਿਹਾ 3 ਕਾਲੇ ਕਾਨੂੰਨ ਦੇ 3 ਫਾਇਦੇ ਦੱਸ ਦਿਓ, ਉਹਨਾਂ ਕੋਲ ਉਹ ਵੀ ਨਹੀਂ ਦੱਸਿਆ ਗਿਆ। ਅਖੀਰਲਾ ਸਵਾਲ ਇਹ ਕਿ 3 ਕਾਲੇ ਕਾਨੂੰਨਾਂ ਦਾ 1 ਫਾਇਦਾ ਦੱਸ ਦਿਓ, ਉਹਨਾਂ ਕੋਲ ਉਹ ਵੀ ਨਹੀਂ ਦੱਸਿਆ ਗਿਆ। ਫਾਇਦਾ ਇਹ ਕੀ ਦੱਸਦੇ ਨੇ ਕਿ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਵੇਚੀਆਂ ਨਹੀਂ, ਕਾਰਪੋਰੇਟ ਘਰਾਣੇ ਨਹੀਂ ਖਰੀਦਣਗੇ। ਇਹ ਕੋਈ ਫਾਇਦਾ ਤਾਂ ਨਹੀਂ ਹੋਇਆ ਨਾ, ਉਹ ਤੇ ਪਹਿਲਾਂ ਹੀ ਸਾਡੀਆਂ ਵਾ ਮੰਡੀਆਂ ਜੀ। ਇਹ ਮੰਡੀਆਂ ਨਹੀਂ ਟੁੱਟਣਗੀਆਂ ਪੈਰਲਲ ਮੰਡੀ ਖੜੇ ਕਰਨ ਦੇ ਨਾਲ, ਤੇ ਉਹ ਤੇ ਮੰਡੀਆਂ ਪਹਿਲਾਂ ਵੀ ਹੈਗੀਆਂ ਨੇ। ਨਵਾਂ ਕੀ ਲੈ ਕੇ ਆਏ ਨੇ ਇਸ ਸਮਝਾਉਣ ਵਿੱਚ ਉਹ ਸਾਰੇ BJP ਵਾਲੇ ਅਸਮਰਥ ਨੇ। ਕੋਈ ਫਾਇਦਾ ਨਹੀਂ ਹੈਗਾ ਇਹਨਾਂ 3 ਕਾਲੇ ਕਾਨੂੰਨ ਦਾ, ਤੇ ਸਾਰਿਆਂ ਦੀ ਇਹੀ ਇੱਕੋ ਹੀ ਸਲਾਹ ਹੈ ਕਿ 3 ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਤੇ ਬਾਕੀ ਥੋੜੀਆਂ ਜਿਹੀਆਂ ਹੋਰ ਮੰਗਾਂ ਨੇ, 10 ਪੁਆਇੰਟ ਨੇ ਜਿਹੜੀਆਂ ਮੰਗਾਂ ਨੇ। 2 ਮੰਗਾਂ ਉਹਨਾਂ ਨੇ ਮੰਨ ਵੀ ਲਈਆਂ, ਇੱਕ ਪਰਾਲੀ ਵਾਲੀ ਤੇ ਇੱਕ ਦੂਸਰੀ ਹੈਗੀ ਆ ਮੰਗ। ਉਹਨਾਂ 'ਚ ਉਹ ਕਹਿੰਦੇ ਨੇ ਕਿ ਇਹ ਆਪਾਂ ਰੱਦ ਕਰ ਦਿੰਦੇ। ਬਾਕੀ 8 ਮੰਗਾਂ ਹੋਰ ਨੇ ਜਿਹੜੀਆਂ ਕਿ ਹਾਲੇ ਵੀ ਸਾਡੀ ਡਿਮਾਂਡ ਹੈ ਜੋ ਕਿਸਾਨ ਜਥੇਬੰਦੀਆਂ ਦੀ, ਉਹ ਹਾਲੇ ਜਾਰੀ ਆ। 4 ਤਰੀਕ ਦੀ ਮੀਟਿੰਗ ਵਿੱਚ ਉਮੀਦ ਹੈ ਕਿ ਕੁਛ ਨਾ ਕੁਛ ਚੰਗਾ ਸਿੱਟਾ ਜ਼ਰੂਰ ਨਿਕਲ ਕੇ ਆਏਗਾ। ਜੇ ਆਪਾਂ ਅੱਜ ਦੇ ਨਿਊਜ਼ਪੇਪਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬੜੇ ਸਪਸ਼ਟ ਤੌਰ ਤੇ ਲਿਖਿਆ ਜਾ ਰਿਹਾ ਕਿ ਜੇਕਰ 4 ਤਰੀਕ ਦੀ ਮੀਟਿੰਗ ਸਿਰੇ ਨਹੀਂ ਚੜ੍ਹਦੀ ਤਾਂ ਇਹ ਸੰਘਰਸ਼ ਤਿੱਖਾ ਹੋ ਗਿਆ। ਤਾਂ ਕਿੱਦਾਂ ਦਾ ਸੰਘਰਸ਼ ਤਿੱਖਾ ਹੋ ਸਕਦਾ ਆ? ਸੰਘਰਸ਼ ਜੀ ਤਿੱਖਾ ਕਹਿਣ ਦਾ ਮਤਲਬ ਇਹ ਕਿ ਇਹ ਤਿੱਖਾ ਇਸ ਤਰ੍ਹਾਂ ਹੋਏਗਾ ਕਿ ਸ਼ਾਂਤਮਈ ਤਰੀਕੇ ਨਾਲ ਜਿਹੜੇ ਆਮ ਪਬਲਿਕ ਹੈ, ਦਿੱਲੀ ਦੇ ਆਮ ਲੋਕ ਹੈ, ਉਹਨਾਂ ਨੂੰ ਰਿਕੁਐਸਟ ਕਰਕੇ, ਅਪੀਲ ਕਰਕੇ, ਦੇਸ਼ਾਂ ਵਿਦੇਸ਼ਾਂ ਤੋਂ
ਜਿਸ ਤਰ੍ਹਾਂ UN ਨੂੰ ਪ੍ਰੈਸ਼ਰ ਕਰੇ, ਕੈਨੇਡਾ ਦੇ ਜਸਟਿਨ ਟਰੂਡੋ ਨੇ ਵੀ ਪ੍ਰੈਸ਼ਰ ਇਹਨਾਂ ਦੇ ਪਾਇਆ ਹੋਇਆ, ਇੰਟਰਨੈਸ਼ਨਲ ਪ੍ਰੈਸ਼ਰ ਇਹਨਾਂ ਦੇ ਵਧਾਉਣਗੇ, ਜਥੇਬੰਦੀਆਂ ਅਪੀਲ ਕਰਨਗੀਆਂ, ਕੁਛ ਨਾ ਕੁਛ ਵਧੀਆ ਪਲਾਨ ਕੀਤਾ ਹੋਇਆ ਹੈ ਉਹਨਾਂ ਨੇ। ਮੈਂ ਸਵੇਰੇ ਹੀ ਪੜ੍ਹ ਰਿਹਾ ਸੀਗਾ ਜਿੱਦਾਂ ਕਿ ਲਿਖਿਆ ਗਿਆ ਆ ਵੀ ਟਰਾਲੀਆਂ ਦੀ ਰੈਲੀ ਕੱਢੀ ਜਾਏਗੀ। ਹਰਿਆਣੇ ਦੇ ਜਥੇਬੰਦੀਆਂ ਨੇ ਵੀ ਕਹਿਤਾ ਵੀ ਅਸੀਂ ਟਰਾਲੀਆਂ ਲੈ ਕੇ ਦਿੱਲੀ ਦੇ ਵਿੱਚ ਕੂਚ ਕਰਾਂਗੇ ਔਰ 26 ਜਨਵਰੀ ਨੂੰ ਜੇ 26 ਜਨਵਰੀ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਇਸ ਵਾਰ ਲਾਲ ਕਿਲੇ ਤੇ ਝੰਡਾ ਜਿਹੜਾ ਹੈਗਾ ਕਿਸਾਨੀ ਦਾ ਫਹਿਰਾਇਆ ਜਾਏਗਾ। ਕੀ ਕਹੋਗੇ? ਦੇਖੋ ਜੀ, ਇਹਦੇ ਬਾਰੇ ਖੜੇ ਪੈਰ ਕੁਝ ਨਹੀਂ ਕਹਿ ਸਕਦੇ। ਇਹ ਕਿਸਾਨ ਜਥੇਬੰਦੀਆਂ ਇਸ ਚੀਜ਼ ਦਾ ਫੈਸਲਾ ਕਰਨਗੀਆਂ। ਉਹ 4 ਤਰੀਕ ਦੀ ਮੀਟਿੰਗ ਤੋਂ ਬਾਅਦ ਹੀ ਤੁਹਾਨੂੰ ਸਾਹਮਣੇ ਆਏਗੀ ਗੱਲ ਕਿ ਉਹ ਕੀ ਫੈਸਲਾ ਲੈਂਦੀਆਂ ਨੇ। ਪਰ ਇੱਕ ਗੱਲ ਮੈਂ ਕਲੀਅਰਲੀ ਦੱਸਣਾ ਚਾਹੁੰਦਾ, ਜੋ ਵੀ ਫੈਸਲਾ ਹੋਏਗਾ, ਜੋ ਵੀ ਕਾਰਵਾਈ ਹੋਏਗੀ, ਉਹ ਸ਼ਾਂਤਮਈ ਤਰੀਕੇ ਨਾਲ ਹੋਏਗੀ, ਕਿਉਂਕਿ ਪਹਿਲਾਂ ਹੀ ਸਾਨੂੰ ਪਤਾ ਹੈ ਕਿ ਸਾਡਾ ਨੈਸ਼ਨਲ ਮੀਡੀਆ, ਗੋਦੀ ਮੀਡੀਆ ਜੋ ਕਿ ਗਲਤ ਪ੍ਰਚਾਰ ਕਰਦਾ ਪਿਆ ਹੈ, ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੱਜੇਗੀ ਕਿ ਇਹ ਸ਼ਾਂਤਮਈ ਅੰਦੋਲਨ ਹੈ। ਪਿਛਲੇ 3 ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਨਾਲ ਚੱਲਦਾ ਪਿਆ ਹੈ, ਜਦ ਕਿ ਉਹੀ ਗਲਤ ਅਨਸਰ ਉੱਥੇ ਅੰਦੋਲਨ ਵਿੱਚ ਵਾੜਦੇ ਨੇ। ਸਾਡੇ ਉੱਥੇ ਜਿਹੜੇ ਰਾਤ ਨੂੰ ਨੌਜਵਾਨ ਠਿੱਕਰੀ ਪੈਰਾ ਦਿੰਦੇ ਨੇ, ਉਹ ਉੱਥੇ ਜਾ ਕੇ ਉਹਨਾਂ ਨੂੰ ਫੜਦੇ ਨੇ ਤੇ ਪ੍ਰਸ਼ਾਸਨ ਦੇ ਹਵਾਲੇ ਕਰਦੇ ਨੇ। ਪ੍ਰਸ਼ਾਸਨ ਕੀ ਕਰਦਾ ਹੈ, ਉਹਨਾਂ ਦੇ ਥੋੜੀ ਜਿਹੀ ਕਾਰਵਾਈ ਕਰਕੇ ਉਹ ਫਿਰ ਉਹਨਾਂ ਨੂੰ ਰਿਹਾ ਕਰ ਦਿੰਦਾ ਹੈ, ਕਿਉਂਕਿ ਸੈਂਟਰ 'ਚ ਤਾਂ BJP ਦੀ ਸਰਕਾਰ ਹੈ, ਉੱਤੋਂ ਹਰਿਆਣੇ ਵਾਲੇ ਨਾਲ ਰਲੇ ਹੋਏ ਨੇ। ਹਰਿਆਣੇ 'ਚ ਵੀ BJP ਦੀ ਖੱਟੜ ਸਰਕਾਰ ਹੈ ਜੀ। ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹੂੰਗਾ, ਇਸ ਵੇਲੇ ਪੰਜਾਬ ਦੇ ਵਿੱਚ ਵੀ ਜੋ ਬਹੁਤ ਤਕੜੇ ਲੈਵਲ ਤੇ ਇੱਕ ਮੁਹਿੰਮ ਸ਼ੁਰੂ ਹੋ ਗਈ ਹੈ। BJP ਦੇ ਲੀਡਰਾਂ ਦਾ ਘਿਰਾਓ ਸ਼ੁਰੂ ਹੋ ਚੁੱਕਾ ਆ ਔਰ ਤਕੜਾ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਹੈ। ਤੇ ਤੁਹਾਡਾ ਕੀ ਕਹਿਣਾ ਆ ਇਹਦੇ ਵਿੱਚ? ਇਹ ਹੈ ਕਿ ਇਹ ਆਪਸੀ ਲੋਕਾਂ ਦਾ ਗੁੱਸਾ ਕਹਿ ਲਓ, ਦਿਲ ਦਾ ਇਹ ਅੰਦਰ ਜਿਹੜੇ ਉਬਾਲ ਹੈ ਉਹ ਨਿਕਲ ਕੇ ਬਾਹਰ ਆ ਰਹੇ ਨੇ, ਕਿਉਂਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ, ਮੰਤਰੀ ਨਹੀਂ ਵੱਡੇ ਹੁੰਦੇ। ਇਸ ਕਰਕੇ ਆਮ ਲੋਕਾਂ ਦੇ ਦਿਲ ਦਾ ਗੁੱਸਾ ਆ ਜੋ ਕਿ ਇਸ ਟਾਈਮ ਬਾਹਰ ਆ ਰਿਹਾ ਹੈ। ਜਿਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਕਿਸਾਨ ਕਹਿੰਦੇ ਨੇ ਸਿੰਮਾਂ ਦਾ ਬਾਈਕਾਟ ਕਰੋ ਜੀ, ਜਿਸ ਤਰ੍ਹਾਂ ਕੋਈ ਸ਼ਰਾਰਤੀ ਅਨਸਰ ਕਹਿ ਲਓ ਜਾਂ ਕੋਈ ਕਹਿ ਲਓ ਗਰਮ ਖਿਆਲੀ ਵਾਲੇ ਜਾ ਕੇ ਜਿਸ ਤਰ੍ਹਾਂ ਉਹ ਪੰਨ ਤੋੜ ਕਰਦੇ ਨੇ, ਇਹ ਚੀਜ਼ ਗਲਤ ਹੈ ਜੀ, ਕਿਉਂਕਿ ਕਿਸਾਨਾਂ ਵੱਲੋਂ ਸਿਰਫ ਬਾਈਕਾਟ ਕਰਨ ਦੀ ਕਾਲ ਕੀਤੀ ਗਈ ਆ, ਟੁੱਟ ਭੱਜ ਕਰਨ ਦੀ ਕੋਈ ਕਾਲ ਨਹੀਂ ਜੀ ਕੀਤੀ ਗਈ। ਤੁਹਾਡਾ ਕੀ ਕਹਿਣਾ? ਸਾਡਾ ਕਹਿਣਾ ਇਹੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਬਲਦੇਵ ਸਿੰਘ, ਪਿੰਡ ਤਿਬੜਿਆ ਜੀ, ਜ਼ਿਲ੍ਹਾ ਗੁਰਦਾਸਪੁਰ। ਤੇ BJP ਵਾਲਿਆਂ ਦਾ ਸਾਡੇ ਪਿੰਡ 'ਚ ਤਾਂ ਬਿਲਕੁਲ ਬਾਈਕਾਟ ਆ ਜੀ। ਉਹਨਾਂ ਨੇ ਪਹਿਲਾਂ ਜੋ ਲੀਡਰ ਸੀ ਨਾ ਅਟਲ ਬਿਹਾਰੀ ਵਾਜਪਾਈ, ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਕੋਈ MP ਵਗੈਰਾ ਸੱਦਿਆ ਸੀ ਜੀ। ਉਹਦੀ ਬਿਲਕੁਲ ਕੱਟੜਤਾ ਦੇ ਹਿਸਾਬ ਨਾਲ ਉਹਨਾਂ ਦਾ ਵਿਰੋਧ ਕੀਤਾ ਜੇ ਪਿੰਡ ਵਾਸੀਆਂ ਨੇ ਪੂਰੇ ਨੇ। ਇਸ ਕਰਕੇ BJP ਦਾ ਤਾਂ ਬਿਲਕੁਲ ਪੂਰਾ ਬਾਈਕਾਟ ਆ ਜੀ ਪਿੰਡ ਵੱਲੋਂ। ਤੇ BJP ਤਾਂ ਅੱਗੇ ਪੰਜਾਬ ਵਿੱਚ ਤਾਂ ਆ ਵੀ ਨਹੀਂ ਸਕਦੀ ਜੀ, ਇਹ ਤਾਂ ਬਿਲਕੁਲ ਖਤਮ ਹੋ ਗਈ ਆ ਜੀ। ਬਾਕੀ ਇਹ ਆ ਵੀ ਮੋਰਚਾ ਤੇ ਅਸੀਂ ਫਤਿਹ ਕਰਕੇ ਹੀ ਰਵਾਂਗੇ। ਅੱਜ ਵੀ ਗਏ ਆ, ਅੱਗੇ ਵੀ ਜਾਵਾਂਗੇ ਤੇ ਜਾਂਦੇ ਰਵਾਂਗੇ ਜਿੰਨਾ ਚਿਰ ਤੱਕ ਮੋਦੀ ਸਰਕਾਰ ਮੰਨ ਨਹੀਂ ਲੈਂਦੀ। ਇਹ ਕਾਲੇ ਕਾਨੂੰਨ ਜਿਹੜੇ ਉਹਨਾਂ ਨੇ 3 ਸਾਡੇ ਤੇ ਥੋਪੇ ਨੇ, ਇਹ ਰੱਦ ਕਰਵਾ ਕੇ ਹੀ ਰਵਾਂਗੇ। ਉਹਨਾਂ ਚਿਰ ਤੱਕ ਤੇ ਵਾਪਸੀ ਸਾਡੀ ਹੈ ਹੀ ਨਹੀਂ, ਭਾਵੇਂ ਸਾਲ ਲੱਗ ਜਾਣ, ਭਾਵੇਂ 2 ਸਾਲ ਲੱਗ ਜੇ, ਜਿੰਨਾ ਚਿਰ ਤੱਕ ਮੋਦੀ ਸਰਕਾਰ ਨਹੀਂ ਮੰਨਦੀ ਅਸੀਂ ਇੱਦਾਂ ਹੀ ਜਾਂਦੇ ਰਵਾਂਗੇ। ਤੇ ਬਾਕੀ ਸਾਰੇ ਯੂਥ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਜਿਹਨੇ ਜਿਹੜਾ ਬੰਦਾ ਅਜੇ ਤੱਕ ਨਹੀਂ ਗਿਆ ਜਾਂ ਕੋਈ ਜਾਣਾ ਚਾਹੁੰਦਾ ਆ, ਉਹਨਾਂ ਨੂੰ ਜਾਣਾ ਚਾਹੀਦਾ। ਹਰੇਕ ਬੰਦੇ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਜੀ ਉੱਥੇ ਜਾਵੇ। ਉੱਥੇ ਜਾ ਕੇ ਘਰ ਗੱਲ ਕਰਨੀ ਬਹੁਤ ਸੌਖੀ ਆ, ਉੱਥੇ ਜਾ ਕੇ ਰਹਿਣਾ ਸਹਿਣਾ ਬਹੁਤ ਔਖਾ ਆ। ਜਿਵੇਂ ਹੁਣ ਅੱਜ ਬਾਰਿਸ਼ ਹੋ ਗਈ, ਬਾਰਿਸ਼ ਵਿੱਚ ਸਾਰਾ ਸਮਾਨ ਤਾਂ ਗਿੱਲਾ ਹੋ ਜਾਂਦਾ ਜੀ। ਚਲੋ ਜਦੋਂ ਗੱਦੇ ਗਿੱਲੇ ਹੋ ਜਾਂਦੇ ਆ, ਸੌਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਜੀ ਆਮ ਜਨਤਾ ਨੂੰ। ਉੱਥੇ ਬਜ਼ੁਰਗ ਬੈਠੇ ਨੇ, ਉੱਥੇ ਮਾਤਾਵਾਂ ਬੈਠੀਆਂ ਨੇ, ਭੈਣ ਬੈਠੇ ਨੇ, ਭਾਈ ਬੈਠੇ ਨੇ, ਬਹੁਤ ਜ਼ਿਆਦਾ ਤੰਗੀ ਆ ਜੀ ਉੱਥੇ। ਜਦੋਂ ਬਾਰਿਸ਼ ਹੋ ਜਾਂਦੀ ਆ ਨਾ, ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਜੀ। ਬਾਕੀ ਇਹ ਵਾਹਿਗੁਰੂ ਸਾਡੇ ਨਾਲ ਆ ਜੀ, ਆਪ ਸਾਰਾ ਅੰਗ ਸਕ ਹੋ ਕੇ ਪ੍ਰਬੰਧ, ਬਾਕੀ ਜਿੰਨੇ ਜਥੇਬੰਦੀਆਂ ਵਾ ਸੰਗਤ ਵੱਲੋਂ ਸਾਰੇ ਪ੍ਰਬੰਧ ਕਰੀ ਜਾਂਦੇ ਨੇ ਜੀ। ਮੈਂ ਇੱਕ ਸਵਾਲ ਲੈਣਾ ਚਾਹੂੰਗਾ। 22 ਦੇ ਵਿੱਚ ਪੰਜਾਬ 'ਚ ਇਲੈਕਸ਼ਨ ਅਨਾਉਂਸ ਹੋਣ ਜਾ ਰਹੇ ਆ, ਕੀ ਲੱਗਦਾ ਹੈ ਵੀ ਰਿਵਾਇਤੀ ਪਾਰਟੀਆਂ ਹੀ ਮੁੜ ਕੇ ਖੜੀਆਂ ਹੋਣਗੀਆਂ, ਉਹਨਾਂ ਦੇ ਯੂਥ ਸਾਥ ਦੇਊਗਾ ਕਿ ਕੋਈ ਹੋਰ ਫੇਰ ਬਦਲ ਹੋ ਸਕਦਾ ਆ? ਜੇ ਤੁਸੀਂ ਇਹੀ ਗੱਲ ਸੋਚਦੇ ਹੋ ਵੀ ਅਜੇ ਵੀ ਰਿਵਾਇਤੀ ਪਾਰਟੀਆਂ ਜੇ ਮੁੜ ਕੇ ਉਹੀ ਹੋਣਗੀਆਂ ਤਾਂ ਫਿਰ ਤਾਂ ਇਹ ਤਾਂ ਤੁਹਾਡੀ ਗੱਲ ਬਿਲਕੁਲ ਗਲਤ ਆ ਜੀ। ਇਹ ਤਾਂ ਪੱਕੇ ਤੌਰ ਤੇ ਹੀ ਬਾਈਕਾਟ ਹੋਊਗਾ ਜੀ ਇਹਨਾਂ ਦਾ। ਤੇ ਬਾਕੀ ਹੁਣ ਅੱਜ ਕੱਲ੍ਹ ਤੇ ਸਾਰਾ ਯੂਥ ਹੀ ਜਾਗ ਗਿਆ ਜੇ। ਹਰੇਕ ਬੰਦੇ ਨੂੰ ਪਤਾ ਆ ਵੀ ਕਿਹਨੇ ਸਾਡਾ ਸਾਥ ਦਿੱਤਾ ਆ, ਕਿਸ ਬੰਦੇ ਨੇ ਸਾਡਾ ਸਾਥ ਨਹੀਂ ਦਿੱਤਾ। ਠੀਕ ਹੈ ਨਾ। ਹੁਣ BJP ਦੀ ਦੌੜ ਕਿਉਂ ਲੱਗ ਰਹੀ ਹੈ ਪਿੰਡਾਂ 'ਚੋਂ? BJP ਜਿੱਥੇ ਵੀ ਕਿਤੇ ਕੋਈ ਕੰਮ ਆਪਣਾ ਉਹ ਲੀਕਦਾ ਆ, ਕਿੰਨੀ ਤਗੜੀ ਪਾਰਟੀ ਦੀ। ਹੁਣ ਦੌੜਾਂ ਵੀ ਤੇ ਉਹਨਾਂ ਦੀਆਂ ਲੱਗ ਰਹੀਆਂ ਨੇ ਨਾ। ਜੇ ਕੋਈ ਬੰਦਾ ਕਿਸੇ ਨਾਲ ਧੱਕਾ ਕਰੂਗਾ, ਉਹਦੇ ਨਾਲ ਧੱਕਾ ਹੋਊਗਾ। ਅੱਜ ਦੀ ਤਰੀਕ 'ਚ ਜੇ ਹੁਣ BJP ਦੀ ਦੌੜ ਇਸੇ ਕਰਕੇ ਹੀ ਲੱਗ ਰਹੀ ਆ ਵੀ ਉਹਨਾਂ ਨੇ ਗਲਤ ਕੰਮ ਕੀਤੇ, ਕਾਲੇ ਕਾਨੂੰਨ ਲਿਆਂਦੇ, ਕਿਸਾਨਾਂ ਤੋਂ ਬਿਨਾਂ ਪੁੱਛੇ ਤੋਂ ਲਿਆਂਦੇ। ਇਹ ਕਿਸਾਨੀ ਮਸਲਾ ਹੀ
ਤੁਸੀਂ ਕਿਸਾਨ ਦੀ ਤਾਂ ਕਿਸੇ ਦੀ ਰਜਾਮੰਦੀ ਲਈ ਨਹੀਂ, ਤੁਸੀਂ ਆਪ ਹੀ ਥੋਪਤੇ ਵੀ ਜਿਵੇਂ ਤੁਸੀਂ ਜੰਮੂ 'ਚ ਕਰਤਾ ਜੇ ਜਾਂ ਕੋਈ ਕਿਤੇ ਕਰਤਾ। ਇਹਨਾਂ ਨੂੰ ਇਹ ਹੀ ਵੀ ਪੰਜਾਬ 'ਚ ਵੀ ਇਵੇਂ ਕਰ ਦਾਂਗੇ, ਰਾਤ ਰਾਤ ਲਿਆ ਕੇ ਤੇ ਬਸ ਪੰਜਾਬ ਨਾਲ ਕਿਹੜਾ ਉੱਠਣਾ ਹੈ ਜੀ। ਸੋ ਇਹ ਸੀਗਾ ਯੂਥ ਜਿਹੜਾ ਇਸ ਵੇਲੇ ਦਿੱਲੀ ਤੋਂ ਪਰਤਿਆ ਔਰ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਇਹਨਾਂ ਨੇ ਬਿਆਨ ਕੀਤਾ ਕਿ ਦਿੱਲੀ 'ਚ ਭਾਵੇਂ ਮੀਂਹ ਬੇਸ਼ੱਕ ਪੈ ਰਹੇ ਨੇ ਪਰ ਹੌਸਲੇ ਬੁਲੰਦ ਆ ਔਰ ਜਿਹੜੀ 4 ਤਰੀਕ ਦੀ ਮੀਟਿੰਗ ਹੋਣ ਜਾ ਰਹੀ ਆ ਉਹ ਵੀ ਬਹੁਤ ਸ਼ਾਂਤਮਈ ਰਹੇਗੀ। ਪਰ ਉਸ ਤੋਂ ਬਾਅਦ ਦੀ ਜਿਹੜੀ ਵੀ ਬਿਆਨਬੰਦੀ ਹੈਗੀ ਉਹ ਕਿਸਾਨ ਜਥੇਬੰਦੀਆਂ ਵੱਲੋਂ ਹੈਗੀ ਹਜੇ ਦੱਸੀ ਜਾਣੀ ਆ ਔਰ ਉਸੇ ਦੇ ਹਿਸਾਬ ਨਾਲ ਹੀ ਜਿਹੜਾ ਸਾਰਾ ਇਕੱਠ ਹੈਗਾ ਦਿੱਲੀ ਦੀ ਹਜੂਮ 'ਚ, ਦਿੱਲੀ ਦੀ ਹਿੱਕ ਤੇ ਜਿਹੜਾ ਇਸ ਵੇਲੇ ਹਜੂਮ ਬੈਠਾ ਆ ਉਹ ਆਪਣੀ ਅੱਗੇ ਦੀ ਪ੍ਰੋਗਰਾਮ ਜਿਹੜਾ ਹੈਗਾ ਰਚੇਗਾ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ ਸਾਂਝਾ ਮੁੱਦਾ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਜੀ। ਮੈਂ ਤੁਹਾਡਾ ਆਪਣਾ ਦਲਵਿੰਦਰ ਦਿਆਲਪੁਰੀ। ਸਾਂਝਾ ਮੁੱਦਾ, ਹੱਕ ਸੱਚ ਦਾ ਸਾਂਝਾ ਮਹਾਜ਼। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਕਮੈਂਟ ਕਰੋ ਔਰ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ, ਕਿਉਂਕਿ ਦੇਖੋ ਸਾਂਝਾ ਮੁੱਦਾ।